ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਪੰਜਾਬ ਦੀ ਸਿਆਸਤ ਦਾ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਅੱਜ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਵਿਸਤਾਰ ਹੋ ਗਿਆ, ਨਵੀਂ ਟੀਮ ਬਣ ਗਈ ਹੈ। 15 ਮੰਤਰੀਆਂ ਦੇ ਵੱਲੋਂ ਜਿਹੜਾ ਉਹ ਸਹੁੰ ਚੱਕ ਲਈ ਹੈ। ਤੁਹਾਨੂੰ ਜਿਹੜਾ ਉਹ ਸਹੁੰ ਚੁੱਕ ਸਮਾਗਮ ਵੀ ਅਸੀਂ ਲਾਈਵ ਦਿਖਾਇਆ ਕਿ ਕਿਹੜਾ ਮੰਤਰੀ ਬਣਿਆ। ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਕਿਹੜੇ ਮੰਤਰੀ ਬਣੇ ਨੇ। ਉਹਦੇ ਵਿੱਚ ਜਿਹੜੇ ਪਹਿਲੇ ਨੰਬਰ ਤੇ ਸਹੁੰ ਜਿਹੜੀ ਉਹਨਾਂ ਦੇ ਵੱਲੋਂ ਚੁੱਕੀ ਹੈ ਬ੍ਰਹਮ ਮਹਿੰਦਰਾ ਨੇ, ਫਿਰ ਮਨਪ੍ਰੀਤ ਸਿੰਘ ਬਾਦਲ ਨੇ, ਫਿਰ ਤ੍ਰਿਪਤ ਸਿੰਘ ਬਾਜਵਾ ਨੇ, ਸੁਖਵਿੰਦਰ ਸਿੰਘ ਸਰਕਾਰੀਆ, ਰਾਣਾ ਗੁਰਜੀਤ, ਅਰੁਣਾ ਚੌਧਰੀ, ਰਜੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ, ਵਿਜੇਂਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਕੀਰਤ ਸਿੰਘ ਕੋਟਲੀ ਇਹ ਮੰਤਰੀ ਬਣੇ ਨੇ। ਤਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਾਈ ਹੁਣ ਜਿਹੜਾ ਕੈਬਨਿਟ ਦੇ ਵਿੱਚ ਵਿਸਤਾਰ ਹੋ ਗਿਆ ਤੇ ਪੰਜਾਬ ਦੇ ਲੋਕ ਥੋੜੀ ਰਾਹਤ ਮਹਿਸੂਸ ਕਰ ਰਹੇ ਹੋਣਗੇ ਕਿ ਵੋਟਾਂ ਆ ਗਈਆਂ ਨੇੜੇ, ਕੈਬਨਿਟ ਦੇ ਵਿੱਚ ਹੋ ਗਿਆ ਵਿਸਤਾਰ, ਹੁਣ ਸਾਡੇ ਲਈ ਜਿਹੜਾ ਹੈਗਾ ਸਰਕਾਰ ਕੰਮ ਕਰੂਗੀ। ਪਰ ਹਾਲੇ ਵੀ ਤੁਸੀਂ ਭੁਲੇਖੇ ਚੋਂ, ਕਿਉਂਕਿ ਬੇਸ਼ੱਕ ਕੈਬਨਿਟ ਦਾ ਵਿਸਤਾਰ ਹੋ ਗਿਆ ਪਰ ਕਾਂਗਰਸ ਦੇ ਕਲੇਸ਼ ਦੀ ਇੱਥੋਂ ਇੱਕ ਤਰੀਕੇ ਨਾਲ ਫਿਰ ਤੋਂ ਸ਼ੁਰੂਆਤ ਹੁੰਦੀ ਹੈ। ਉਹ ਕਿਵੇਂ? ਪਹਿਲਾਂ ਤਾਂ ਜਦੋਂ ਮਹਿਕਮੇ ਵੰਡੇ ਜਾਣੇ ਆ, ਬਗਾਵਤ ਉਦੋਂ ਵੀ ਦੇਖਣ ਨੂੰ ਮਿਲਣੀ ਆ ਤੇ ਕਲੇਸ਼ ਉਦੋਂ ਵੀ ਆਪਸ 'ਚ ਦੇਖਣ ਨੂੰ ਮਿਲਣਾ। ਤੇ ਦੂਜੀ ਗੱਲ ਤੁਸੀਂ ਦੇਖਿਆ ਹੋਣਾ ਕਿ ਕੈਬਨਿਟ ਦੇ ਵਿਸਤਾਰ ਤੋਂ ਪਹਿਲਾਂ ਇੱਕ ਮੰਤਰੀ ਦਾ ਬੜਾ ਵਿਰੋਧ ਹੋ ਰਿਹਾ ਸੀ। ਰਾਣਾ ਗੁਰਜੀਤ ਸਿੰਘ ਨੂੰ ਰੋਕਣ ਦੇ ਲਈ 7 ਵੱਡੇ ਲੀਡਰਾਂ ਦੇ ਵੱਲੋਂ ਦੁਆਬੇ ਦੇ ਵਿਧਾਇਕਾਂ ਦੇ ਵੱਲੋਂ ਜਿਹੜੀ ਚਿੱਠੀ ਲਿਖੀ ਜਾਂਦੀ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਵਿਰੋਧ ਦੇ ਬਾਵਜੂਦ ਵੀ ਇਹ ਰਾਣਾ ਗੁਰਜੀਤ ਸਿੰਘ ਜੇਕਰ ਸਹੁੰ ਚੁੱਕਦਾ ਹੈ ਤਾਂ ਅਸੀਂ ਫਿਰ ਦੇਖਾਂਗੇ ਕਰਨਾ ਕੀ ਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਸਹੁੰ ਚੁੱਕ ਲਈ ਹੈ। ਇਹ ਆਪਣੀ ਬਗਾਵਤ ਨੂੰ ਕਿੱਧਰ ਨੂੰ ਲੈ ਕੇ ਜਾਂਦੇ ਨੇ। ਜਿਹੜੇ ਵਿਧਾਇਕ ਇਹਦੇ ਉੱਪਰ ਇਲਜ਼ਾਮ ਚੁੱਕ ਲਏ ਸੀ, ਰਾਣਾ ਗੁਰਜੀਤ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸੀ, ਉਹਨਾਂ ਤੇ ਸਵਾਲ ਖੜੇ ਹੋਣਗੇ ਜੇਕਰ ਉਹ ਚੁੱਪ ਹੋ ਜਾਂਦੇ ਨੇ। ਤੇ ਨਾਲ ਹੀ ਨਾਲ ਉਹਨਾਂ ਦੇ ਸਵਾਲ ਜਿਹੜੇ ਆ ਉਹ ਹਾਈ ਕਮਾਨ ਤੇ ਵੀ ਸਵਾਲ ਖੜੇ ਕਰਦੇ ਨੇ। ਦੇਖਾਂਗੇ ਕਿ ਅੱਗੇ ਕੀ ਹੋਣ ਵਾਲਾ ਹੈ, ਦੱਸਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿ ਕੀ ਹੋ ਸਕਦਾ ਹੈ, ਕਿਸ ਤਰੀਕੇ ਦੀ ਬਗਾਵਤ ਜਿਹੜੀ ਹੋ ਸਕਦੀ ਹੈ। ਤਾਂ ਦੂਜੇ ਪਾਸੇ ਇਸ ਸਹੁੰ ਚੱਕ ਸਮਾਗਮ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦਿਖਾਈ ਜਿਹਦੇ ਵਿੱਚ ਬਲਵੀਰ ਸਿੰਘ ਸਿੱਧੂ ਰੋ ਪਏ, ਜਿਨ੍ਹਾਂ ਦਾ ਮੰਤਰੀ ਅਹੁਦਾ ਖੁੱਸ ਗਿਆ। ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ, ਸਾਨੂੰ ਜਲੀਲ ਕੀਤਾ ਗਿਆ। ਨਾਲ ਉਹਨਾਂ ਦੇ ਗੁਰਪ੍ਰੀਤ ਸਿੰਘ ਕਾਂਗੜ ਵੀ ਸੀ, ਉਹਨਾਂ ਨੇ ਵੀ ਜਿਸ ਤਰੀਕੇ ਦੇ ਜਿਹੜੇ ਬੋਡੀ ਲੈਂਗੁਏਜ ਸੀ ਬੜੇ ਹਤਾਸ਼ ਸੀ, ਰੋ ਵੀ ਪਏ ਜੇ ਆਪਾਂ ਕਹਿ ਦਈਏ ਤਾਂ ਸਾਫ਼ ਤੌਰ ਤੇ ਆਪਾਂ ਦੇਖਿਆ। ਤਾਂ ਹੁਣ ਜਿਹੜੀ ਉਹਨਾਂ ਦੀ ਵੀ ਅਗਲੀ ਸਥਿਤੀ ਜਿਹੜੀ ਆ ਕੀ ਰਹਿਣ ਵਾਲੀ ਹੈ ਕਿ ਜਿਹੜੇ ਦੂਜੇ ਹੋਰ ਜਿਹੜੇ 3 ਮੰਤਰੀ, ਚਾਹੇ ਸੁੰਦਰ ਸ਼ਾਮ ਅਰੋੜਾ ਹੋਣ, ਚਾਹੇ ਬਲਵੀਰ ਸਿੱਧੂ, ਗੁਰਪ੍ਰੀਤ ਕਾਂਗੜ, ਸਾਧੂ ਸਿੰਘ ਧਰਮਸੋਤ, ਨਾਲ ਉਹਨਾਂ ਦੇ ਰਾਣਾ ਗੁਰਜੀਤ, ਇਹਨਾਂ ਦਾ ਹੁਣ ਅਗਲਾ ਰੁਖ ਕੀ ਰਹਿਣ ਵਾਲਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਲ ਕੇ ਕੋਈ ਵੱਡਾ ਧਮਾਕਾ ਕਰਨ ਜਾ ਰਹੇ ਨੇ, ਕੀ ਕੁਝ ਅੱਗੇ ਹੋਣ ਵਾਲਾ ਹੈ। ਯਾਨੀ ਕੈਬਨਿਟ ਦੇ ਵਿਸਤਾਰ ਤੋਂ ਬਾਅਦ ਕਾਂਗਰਸ ਦੇ ਲਈ ਕੀ ਮੁਸ਼ਕਲਾਂ ਨੇ, ਉਸ ਪੂਰੇ ਮਾਮਲੇ ਤੇ ਇਹ ਪ੍ਰੋਗਰਾਮ ਹੈ। ਇੱਕ ਗੱਲ ਤੁਹਾਨੂੰ ਸਮਝਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿ ਹਾਲੇ ਪੰਜਾਬ ਦੇ ਲੋਕਾਂ ਨੂੰ ਰਾਹਤ ਨਹੀਂ ਹੈ, ਕਾਂਗਰਸ ਨੂੰ ਹਾਲੇ ਰਾਹਤ ਨਹੀਂ ਹੈ, ਇੱਥੋਂ ਕਲੇਸ਼ ਹਾਲੇ ਹੋਰ ਸ਼ੁਰੂ ਹੋਵੇਗਾ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਗਾਂਧੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਸਰ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਕੈਬਨਿਟ ਤੇ ਵਿਸਤਾਰ ਤੇ ਜਿਹੜਾ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਪਹਿਲਾਂ ਤਾਂ ਵੀ ਕੈਬਨਿਟ ਦੀ, ਪੰਜਾਬ ਦੀ ਕੈਬਨਿਟ ਨਵੀਂ ਬਣੀ ਹੈ, ਚਲੋ ਕਰਨਾ ਨਾ ਕਰਾਉਣਾ ਹੁਣ ਇਹਨਾਂ ਦੇ ਦਿਲ ਦੇ ਵਿੱਚ ਆ ਕੀ ਕਰਨਾ, ਚਲੋ ਆਸ ਤਾਂ ਆਪਾਂ ਰੱਖ ਹੀ ਸਕਦੇ ਹਾਂ ਕਿ ਪੰਜਾਬ ਦੇ ਭਲੇ ਲਈ ਇਹ ਕੰਮ ਕਰੂਗੀ, ਤਾਂ ਫਿਰ ਦੇਖਦੇ ਹਾਂ ਉਸ ਤੋਂ ਬਾਅਦ ਕਰਦੀ ਵੀ ਹੈ ਕਿ ਨਹੀਂ। ਪਹਿਲਾਂ ਤਾਂ ਕਿਵੇਂ ਦੇਖਦੇ ਹੋ ਇਸ ਕੈਬਨਿਟ ਦੇ ਵਿਸਤਾਰ ਨੂੰ, ਇਸ ਸੰਤੁਲਨ ਵਾਲੀ ਕੈਬਨਿਟ ਨੂੰ? ਨੌਜਵਾਨ ਚਿਹਰੇ ਵੀ ਨੇ, ਦਲਿਤ ਚਿਹਰੇ ਵੀ ਨੇ, ਜੱਟ ਸਿੱਖ ਚਿਹਰੇ ਵੀ ਨੇ, ਯਾਨੀ OBC ਚਿਹਰੇ ਵੀ ਨੇ, ਕਈ ਤਰੀਕੇ ਦੇ ਲੇਡੀਜ਼ ਵੀ ਨੇ, ਮੁਸਲਿਮ ਵਰਗ ਨੂੰ ਵੀ ਇਹਦੇ ਵਿੱਚ ਦਿੱਤਾ ਗਿਆ ਹਿੱਸਾ ਪਿਛਲੀ ਵਾਰ ਦੀ ਵਾਂਗੂ। ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਸ ਕੈਬਨਿਟ ਨੂੰ? ਬੜੇ ਥੋੜੇ ਸ਼ਬਦਾਂ ਦੇ ਵਿੱਚ ਮੈਂ ਚਾਹਾਂਗਾ ਤੇ ਫਿਰ ਅੱਗੇ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਕਰੀ। ਜੀ ਸੁਖਵਿੰਦਰ ਜੀ, ਤੁਹਾਡੀਆਂ ਮੁਬਾਰਕਾਂ ਸਿਰ ਮੱਥੇ ਜੀ। ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੀ ਕੈਬਨਿਟ ਜਿਹੜੀ ਆ ਉਹ ਬਣ ਕੇ ਅੱਜ ਹੋਂਦ ਵਿੱਚ ਆਈ ਹੈ। ਪਰ ਇਸ ਕੈਬਨਿਟ ਦੀ ਜਿਹੜੀ ਅਗਨੀ ਪ੍ਰੀਖਿਆ ਹੈ ਉਹ ਹੁਣ ਤੋਂ ਹੀ ਸ਼ੁਰੂ ਹੋ ਜਾਵੇਗੀ ਕਿ ਇਹ ਕੈਬਨਿਟ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਸੁਪਨਿਆਂ ਨੂੰ ਕਿੱਥੋਂ ਹੱਦ ਤੱਕ ਪੂਰਾ ਕਰਦੀ ਤੇ ਕਿੰਨਾ ਉਹਨਾਂ ਦੀਆਂ ਆਸ਼ਾਵਾਂ ਤੇ ਪੂਰਾ ਉਤਰਦੀ ਹੈ। ਕਿਉਂਕਿ ਇਹ ਕੈਬਨਿਟ ਜਿਹੜੀ ਹੈਗੀ ਆ ਇਹ ਹੁਣ ਇੱਕ ਸਧਾਰਨ ਕੈਬਨਿਟ ਨਹੀਂ ਆ, ਕਿਉਂਕਿ 90 ਦਿਨ ਨਹੀਂ, ਔਰ ਇਸ ਕੈਬਨਿਟ ਦਾ ਇੱਕ ਮੰਤਰੀ ਉਸ ਸਮੁੱਚੀ ਜਿਹੜੀ ਕੈਬਨਿਟ ਆ ਉਹ ਖੱਡੇ ਦੀ ਧਾਰ ਤੇ ਤੁਰਨ ਦੇ ਬਰਾਬਰ ਆ। ਇੱਕ ਲਾਈਨ ਹੈ ਗੁਰਬਾਣੀ ਦੀ ਜੀ, ਖਾਣਿਓ ਤਿੱਖੀ ਵਾਲੋਂ ਲਿਖੀ ਏਤੀ ਮਾਰਕ ਜਾਣਾ।
ਤਾਂ ਉਹ ਜਿਹੜੀ ਹੈ ਨਾ ਉਹ ਤਾਰ ਜਿਹੜੀ ਖੰਡੇ ਦੀ ਧਾਰ ਤੇ ਤੁਰਨ ਦੇ ਬਰਾਬਰ ਆ ਕਿ ਇਹ ਜਿਹੜੀ ਕੈਬਨਿਟ ਦਾ ਜਿਹੜਾ ਵਿਸਥਾਰ ਹੋਇਆ, ਜਿਹੜੇ ਮੰਤਰੀ ਤੁਸੀਂ 8 ਪੁਰਾਣੇ ਤੇ 7 ਨਵਿਆਂ ਦੀ ਗਿਣਤੀ ਜਿਹੜੀ ਤੁਸੀਂ ਕਰਾਈ ਆ, ਤੇ ਉਹਦੇ ਨਾਲ ਹੀ ਨਾਲ ਜਿਹੜਾ ਬਾਹਰ ਵਿਰੋਧੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਵਿਰੋਧੀ ਵਿਧਾਇਕਾਂ ਦੀ ਸਥਿਤੀ ਨੂੰ ਤੁਸੀਂ ਬਿਆਨ ਕੀਤਾ, ਉਹ ਸਾਰੇ ਦੇ ਪ੍ਰਸੰਗ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ, ਸੁਖਵਿੰਦਰ ਜੀ ਬਿਲਕੁਲ ਤੁਸੀਂ ਠੀਕ ਹੈ ਕਿ ਹੁਣ ਅਸਲ 'ਚ ਵੇਖਣ ਵਾਲੀਆਂ ਹੋਣਗੀਆਂ। ਪਹਿਲਾ ਹਫ਼ਤਾ ਪਿਛਲੇ ਸੋਮਵਾਰ ਜਿਹੜੀ ਸਹੁੰ ਚੁੱਕੀ ਗਈ ਚੰਨੀ ਸਾਹਿਬ ਵੱਲੋਂ, ਉਸ ਤੋਂ ਮਗਰੋਂ ਇਹ ਉਡੀਕ ਸੀ ਕਿ ਕੈਬਨਿਟ ਦਾ ਵਿਸਤਾਰ ਹੋ ਗਈ। ਬੜੀ ਮੱਥਾਪੱਚੀ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਆਪਣੀ ਚਲਾਉਂਦੇ ਹੋਏ ਜਾਂ ਆਪਣੀ ਮਜ਼ਬੂਤੀ ਨੂੰ ਦਰਸਾਉਂਦੇ ਇਸ ਕੈਬਨਿਟ ਦਾ ਜਿਹੜਾ ਵਿਸਤਾਰ ਕੀਤਾ। ਹੁਣ ਜਿਹੜੀ ਗੱਲ ਜਿਸ ਤਰੀਕੇ ਨਾਲ ਹੁਣ ਮੈਂ ਤੁਹਾਡੇ ਪ੍ਰਸ਼ਨ ਨਾਲ ਜਿਹੜਾ ਪ੍ਰਸ਼ਨ ਤੁਸੀਂ ਮੈਨੂੰ ਕੀਤਾ, ਪ੍ਰਸ਼ਨ ਦੇ 2-3 ਹਿੱਸੇ ਨੇ। ਇੱਕ ਤਾਂ ਪ੍ਰਸ਼ਨ ਤੁਸੀਂ ਕੀਤਾ ਕਿ ਜਿਸ ਤਰੀਕੇ ਨਾਲ ਜਿਹੜੇ ਮੰਤਰੀ ਜਿਨ੍ਹਾਂ ਨੇ ਦੋ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਸਾਨੂੰ ਕਿਸ ਚੀਜ਼ ਦੀ ਸਜ਼ਾ ਜਿਹੜੀ ਦਿੱਤੀ ਗਈ ਹੈ। ਸੋਚਣ ਵਾਲੀ ਗੱਲ ਹੈ ਕਿ ਸਜ਼ਾ ਉਹਨਾਂ ਨੂੰ ਜੇਕਰ ਬਲਬੀਰ ਸਿੰਘ ਸਿੱਧੂ ਹੋਣੀ ਔਰ ਗੁਰਪ੍ਰੀਤ ਕਾਂਗੜ ਹੋਣੀ ਅਜੇ ਵੀ ਇਸ ਗੱਲ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੀ ਸਥਿਤੀ ਕਿਹੜੀ ਹੈ ਤੇ ਕਿਸ ਕਰਕੇ ਉਹਨਾਂ ਨੂੰ ਮੰਤਰੀ ਮੰਡਲ ਵਿੱਚੋਂ ਛੰਟਿਆ ਗਿਆ ਜਾਂ ਬਾਹਰ ਦਾ ਰਸਤਾ ਵਿਖਾਇਆ ਗਿਆ, ਤਾਂ ਫਿਰ ਤਾਂ ਉਹਨਾਂ ਨੂੰ ਕੋਈ ਨਾ ਕੋਈ ਆਪਣਾ ਸਲਾਹਕਾਰ ਜਿਹੜਾ ਉਹ ਰੱਖ ਲੈਣਾ ਚਾਹੀਦਾ, ਕਿਉਂਕਿ ਇਹ ਉਹ ਦੋ ਵਿਅਕਤੀ ਸਨ। ਗੁਰਪ੍ਰੀਤ ਕਾਂਗੜ ਹੋਣੀ ਬੀਤੇ ਨੂੰ ਚਰਚਾ ਦਾ ਬੜਾ ਵਿਸ਼ਾ ਰਹੇ ਔਰ ਉਸ ਵਕਤ ਜਦੋਂ ਭੂਪਜੀਤ ਸਿੰਘ ਦੇ ਬੇਟੇ ਦੀ ਜਿਹੜੀ ਨਿਯੁਕਤੀ ਆ ਜੋ ਕਾਂਗੜ ਸਾਹਿਬ ਦਾ ਜਵਾਈ ਹੈ ਐਕਸਾਈਜ਼ ਇੰਸਪੈਕਟਰ ਤੋਂ ਹੋਈ, ਤਾਂ ਉਸ ਵੇਲੇ ਉਹਨਾਂ ਵੱਲੋਂ ਬਹੁਤ ਜਿਹੜੇ ਕੈਪਟਨ ਸਾਹਿਬ ਦੇ ਗੁਣ ਜਿਹੜੇ ਗਾਏ ਗਏ। ਇਸੇ ਤਰ੍ਹਾਂ ਬਲਬੀਰ ਸਿੱਧੂ ਵੀ ਉਹਨਾਂ ਜਿਹੜਾ ਮੇਰੇ ਮੂੰਹ 'ਚ ਲੱਗੀ ਸੀ ਗੱਲ, ਕਹਿ ਲਓ ਕਿ ਕਿਸੇ ਵਕਤ ਸੋਲੇ ਗਾਉਂਦਿਆਂ ਗਾਉਂਦਿਆਂ ਸਿਖਰ ਤੇ ਪਹੁੰਚ ਜਾਂਦੇ ਸੀ ਕੈਪਟਨ ਅਮਰਿੰਦਰ ਹੋਣਾ ਦੇ। ਸੋ ਸਥਿਤੀਆਂ ਜਿਹੜੀਆਂ ਨੇ ਉਹਨਾਂ ਸਥਿਤੀਆਂ ਦੇ ਸੰਦਰਭ ਦੇ ਵਿੱਚ ਹੀ ਇਹ ਜਿਹੜੀ ਅਜੇ ਵੀ ਗੱਲ ਕੀਤੀ ਜਾਵੇ, ਕਿਉਂਕਿ ਇਹ ਵਿਅਕਤੀ ਹਮੇਸ਼ਾ ਚਿਹਰਾ ਆਧਾਰਿਤ ਰਾਜਨੀਤੀ ਕਰਦੇ ਰਹੇ ਨੇ। ਇਹ ਜਿਹੜੇ ਦੋ ਵਿਅਕਤੀ ਨੇ ਜਿਹਨਾਂ ਦੀ ਗੱਲ ਤੁਸੀਂ ਕੀਤੀ, ਜਿਹੜੇ ਕਹਿ ਰਹੇ ਨੇ ਕਿ ਸਾਨੂੰ ਕਿਸ ਚੀਜ਼ ਦੀ ਸਜ਼ਾ ਮਿਲੀ, ਚਿਹਰਾ ਆਧਾਰਿਤ ਤਾਂ ਹੋਰ ਵੀ ਬੜੇ ਕਰਦੇ ਨੇ, ਪਰ ਇਹਨਾਂ ਦੀ ਜਿਹੜੀ ਖਾਸ ਤੌਰ ਤੇ ਚਰਚਾ ਅਧੀਨ ਜਿਹੜੀ ਰਹੀ ਹੈ, ਇਸ ਕਰਕੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਔਰ ਦੂਜਾ ਪ੍ਰਸ਼ਨ ਜਿਹੜਾ ਇੱਕ ਹੋਰ ਤੁਸੀਂ ਨਾਲ ਕੀਤਾ ਰਾਣਾ ਗੁਰਜੀਤ ਵੱਲੋਂ ਕੀਤਾ ਕਿ ਰਾਣਾ ਗੁਰਜੀਤ ਦਾ 7 ਵਿਧਾਇਕਾਂ ਨੇ ਜਿਹੜਾ ਵਿਰੋਧ ਕੀਤਾ, ਜਿਹੜੇ ਉੱਥੋਂ ਦੇ ਖਾਸ ਤੌਰ ਤੇ ਦੁਆਬੇ ਖੇਤਰ 'ਚ ਨੇ, ਸੰਬੰਧਿਤ ਨੇ। ਸੁਖਵਿੰਦਰ ਜੀ, ਇੱਕ ਗੱਲ ਤੁਸੀਂ ਵੇਖਣੀ ਵਾਲੀ ਹੋਏਗੀ, ਜਿਹੜੇ ਇਹ 7 ਵਿਧਾਇਕ ਨੇ ਜਿਨ੍ਹਾਂ ਵਿੱਚ ਨਵਤੇਜ ਚੀਮਾ, ਬਲਵਿੰਦਰ ਧਾਲੀਵਾਲ, ਸੁਖਪਾਲ ਸਿੰਘ ਖਹਿਰਾ, ਇਹ ਉਹ ਬੰਦੇ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਦੇ ਗਿਣੇ ਜਾਂਦੇ ਆ ਔਰ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਨੇ। ਔਰ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਕਿਸੇ ਸਮੇਂ ਕੱਟੜ ਸਮਰਥਕ ਰਿਹਾ। ਤਾਂ ਇਸ ਤਰੀਕੇ ਨਾਲ ਜੇਕਰ ਇਹ ਪਾਸਾ ਪਲਟ ਕੇ ਅਸੀਂ ਕਹਿ ਸਕਦੇ ਕਿ ਚੰਨੀ ਧੜੇ 'ਚ ਆਇਆ ਤੇ ਹਾਈ ਕਮਾਨ ਨੇ ਇਹਨੂੰ ਸਭ ਵਿਰੋਧ ਦੇ ਬਾਵਜੂਦ ਔਰ ਐਨ ਮੌਕੇ ਸਮੇਂ ਜਦੋਂ 7 ਵਿਧਾਇਕਾਂ ਨੇ ਚਿੱਠੀ ਲਿਖੀ ਵਿਰੋਧ ਕੀਤਾ ਕਿ ਇਹਨੂੰ ਨਹੀਂ ਬਣਾਇਆ ਜਾਣਾ, ਸਰਕਾਰ ਨੇ ਫਿਰ ਵੀ ਬਣਾਤਾ। ਇਸ ਦਾ ਮਤਲਬ ਕਿ ਅੰਦਰ ਖਾਤੇ ਬਹੁਤ ਕੁਝ ਜਿਹੜੀਆਂ ਪਰਦੇ ਦੇ ਪਿਛਲੇ ਜਿਹੜੀਆਂ ਨਾ ਉਹ ਕੁਝ ਵਫਾਦਾਰੀਆਂ ਕਿਸ ਤਰੀਕੇ ਨਾਲ ਬਦਲੀ ਗਈਆਂ ਜਾਂ ਕੀ ਕੁਝ ਹੋਇਆ, ਉਹ ਆਉਂਦਿਆਂ ਕੁਝ ਦਿਨਾਂ 'ਚ ਸਾਹਮਣੇ ਜ਼ਰੂਰ ਸਥਿਤੀ ਆ ਜਾਏਗੀ। ਪਰ ਜਿਸ ਤਰੀਕੇ ਦੇ ਨਾਲ ਇਹ ਜਿਹੜੇ 7 ਵਿਧਾਇਕ ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਜੇ, ਇਹ ਕੇਵਲ ਕੈਪਟਨ ਧੜੇ ਦੇ ਨਹੀਂ, ਜਿਨ੍ਹਾਂ ਵਿੱਚ ਸੁਖਪਾਲ ਸਾਰਾ ਕੁਦਰਤੀ ਤੌਰ 'ਤੇ ਤੁਸੀਂ ਇਸ ਗੱਲ ਨੂੰ ਡਰਾਈ ਨਹੀਂ ਕਰ ਸਕਦੇ। ਉਹਨੂੰ ਜੁਆਇਨ ਕਰ ਆਮ ਆਦਮੀ ਪਾਰਟੀ 'ਚੋਂ ਬਲਦੇਵ ਨਵਤੇਜ ਚੀਮਾ ਜਿਹਦੇ ਵੱਲੋਂ ਅਕਸਰ ਹੀ ਗੱਲ ਕਰਦੇ ਰਹੇ, ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕੱਟੜ ਸਮਰਥਕਾਂ ਦੇ ਵਿੱਚੋਂ ਗਿਣੇ ਜਾਂਦੇ ਰਹੇ। ਹੁਣ ਉਹਨਾਂ ਦੀ ਇਸ ਗੱਲ ਨੂੰ ਮੰਨਿਆ ਨਹੀਂ ਗਿਆ ਔਰ ਰਾਣਾ ਗੁਰਜੀਤ ਨੂੰ ਸਾਰੇ ਵਿਰੋਧ ਦੇ ਬਾਵਜੂਦ ਸਹੁੰ ਚੁਕਾ ਦਿੱਤੀ ਗਈ। ਤਾਂ ਹੁਣ ਜਿਹੜੀਆਂ ਸਥਿਤੀਆਂ ਨੇ ਉਹ ਸਵੇਰੇ ਪਤਾ ਲੱਗੂਗਾ ਕਿ ਸਵੇਰੇ ਇਹਦਾ ਪ੍ਰਤੀਕਰਮ ਕੀ ਹੁੰਦਾ। ਕੀ ਬਲਬੀਰ ਸਿੰਘ ਜਿਸ ਤਰੀਕੇ ਨਾਲ ਆਪਾਂ ਸੋਚਦੇ ਹਾਂ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਸਵਾਲ ਚੁੱਕੇ ਨੇ, ਇੱਕ ਗੱਲ ਸੋਚਣ ਵਾਲੀ ਹੈ ਕਿ ਤੁਹਾਡੇ ਕਾਂਗਰਸ ਦੇ ਵਿਧਾਇਕ ਤੁਹਾਡੇ ਹੀ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਦੇ ਉੱਪਰ ਸਵਾਲ ਚੁੱਕਦੇ ਨੇ, ਹੁਣ ਮੌਜੂਦਾ ਮੰਤਰੀ ਹੋ ਚੁੱਕੇ ਨੇ, ਉਹ ਸਵਾਲ ਚੁੱਕਦੇ ਨੇ ਕਿ ਭਾਈ ਇਹਨੂੰ ਮੰਤਰੀ ਜਿਹੜਾ ਉਹ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਪੰਜਾਬ ਕਾਂਗਰਸ ਨੂੰ ਵੱਡਾ ਨੁਕਸਾਨ ਹੋਊਗਾ, ਇਹਦੇ ਤੇ ਆ ਇਲਜ਼ਾਮ ਨੇ। ਜਾਂ ਤਾਂ ਫਿਰ ਉਹ ਕਹਿੰਦੇ ਕਿ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇ, ਲੋਕਾਂ ਨੂੰ ਦੱਸ ਦਿੱਤਾ ਜਾਵੇ ਭਾਈ ਇਹ ਕਲੀਨ ਚਿੱਟ ਹੈ, ਸਾਫ਼ ਸੁਥਰੇ ਨੇ, ਵੀ ਕੋਈ ਗੱਲ ਨਹੀਂ ਹੈ ਜੀ। ਫਿਰ ਸਵਾਲ ਤਾਂ ਖੜੇ ਹੁੰਦੇ ਹੀ ਹੈ ਨਾ। ਫਿਰ ਹਾਈ ਕਮਾਂਡ ਦੀ ਇਹੋ ਜਿਹੀ ਕੀ ਮਜਬੂਰੀ ਹੈ, ਜੇਕਰ ਇਹਨਾਂ ਵਿਧਾਇਕਾਂ ਦੀ ਗੱਲ ਨੂੰ ਇਗਨੋਰ ਕਰਦੀ ਹੈ ਤੇ ਫਿਰ ਵੀ ਉਹਨਾਂ ਨੂੰ ਮੰਤਰੀ ਬਣਾਇਆ ਜਾਂਦਾ ਕਿ ਹਾਈ ਕਮਾਂਡ ਨੂੰ ਫਿਰ ਇਹੋ, ਕਿਉਂਕਿ ਆਪਾਂ ਨਹੀਂ ਕਹਿ ਰਹੇ, ਕਾਂਗਰਸ ਦੇ ਵੀ ਵਿਧਾਇਕ ਤੇ ਮੰਤਰੀ ਕਹਿ ਰਹੇ ਨੇ ਜਾਂ ਵੱਡੇ ਲੀਡਰ ਕਹਿ ਰਹੇ ਨੇ ਕਿ ਰਾਣਾ ਗੁਰਜੀਤ ਨੂੰ ਨਹੀਂ ਬਣਾਉਣਾ ਚਾਹੀਦਾ, ਆਪਾਂ ਤਾਂ ਕਹਿ ਨਹੀਂ ਰਹੇ। ਉਹੀ ਗੱਲ ਹੈ ਨਾ, ਫਿਰ ਹਾਈ ਕਮਾਂਡ ਦੀ ਕੀ ਮਜਬੂਰੀ ਹੈ ਜਾਂ ਫਿਰ ਸੀਐਮ ਦੀ ਕੀ ਮਜਬੂਰੀ ਹੈ ਕਿ ਰਾਣਾ ਗੁਰਜੀਤ ਨੂੰ ਜਿਹੜਾ ਮੰਤਰੀ ਬਣਾਉਣਾ ਹੀ ਬਣਾਉਣਾ ਹੈ, ਕਿਉਂਕਿ ਜਿਸ ਤਰੀਕੇ ਨਾਲ ਸਵਾਲ ਉੱਠ ਰਹੇ ਆ ਹਾਈ ਕਮਾਂਡ ਤੇ ਵੀ ਫਿਰ ਸਵਾਲ ਉੱਠਣੇ ਲਾਜ਼ਮੀ ਹੈ। ਤਾਂ ਦੇਖੋ, ਇਸ ਗੱਲ ਦਾ ਜੇਕਰ ਮੈਂ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਉੱਤਰ ਤੁਹਾਨੂੰ ਦੇਵਾਂ, ਰਾਣਾ ਗੁਰਜੀਤ ਦੀ ਕਪੂਰਥਲੇ ਇਲਾਕੇ ਪਾਸੇ ਜਿਹੜੀ ਸਥਿਤੀ ਹੈ ਨਾ, ਇੱਕ ਬੜੀ ਤਾਕੜ ਔਰ ਤਾਕਤਵਰ ਨੇਤਾ ਦੀ, ਔਰ ਕਿਸੇ ਸੂਰਤ ਦੇ ਵਿੱਚ ਰਾਣਾ ਗੁਰਜੀਤ ਨੂੰ ਕਾਂਗਰਸ ਹਾਈ ਕਮਾਂਡ ਗਵਾਉਣਾ ਨਹੀਂ ਚਾਹੁੰਦੀ। ਤੁਹਾਨੂੰ ਯਾਦ ਹੋਵੇਗਾ
ਕਿ ਪਿੱਛੇ ਜੇ ਇੱਕ ਵਾਰੀ ਇਹ ਵੀ ਪਤਾ ਲੱਗਾ ਸੀ ਕਿ ਜਿਹੜੇ ਰਾਣਾ ਗੁਰਜੀਤ ਨੇ ਕਾਂਗਰਸ ਪਾਰਟੀ ਨੂੰ ਛੱਡ ਰਹੇ ਨੇ ਕਿ ਦੂਜੇ ਪਾਸੇ ਜਾ ਸਕਦੇ ਨੇ। ਉਹਨਾਂ ਦੀ ਸਮਰੱਥਾ ਉਸ ਇਲਾਕੇ 'ਚ ਇਹੋ ਜਿਹੇ ਨੇਤਾ ਦੀ ਆ ਕਿ ਜੇਕਰ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਖਲੋਂਦਾ ਤਾਂ ਵੀ ਉਹਨੂੰ ਜਿਤਾ ਸਕਦੇ ਆ, ਖਰਚਾ ਪੱਠਾ ਵੀ ਕਰ ਸਕਦੇ ਆ, ਤੇ ਆਪਣੀ ਸਥਿਤੀ ਵੀ ਇਦਾਂ ਦੀ ਹੈਗੀ ਕਿ ਉਹ ਹਰ ਤਰੀਕੇ ਦੇ ਨਾਲ ਇਲੈਕਸ਼ਨ ਜਿਹੜੀ ਆ ਲੜ ਸਕਦੇ ਆ। ਇਸ ਕਰਕੇ ਕਾਂਗਰਸ ਹਾਈ ਕਮਾਂਡ ਦੀ ਇਹ ਮਜਬੂਰੀ ਹੋ ਸਕਦੀ ਹੈ ਕਿ ਇਹੋ ਜਿਹੇ ਨੇਤਾ ਨੂੰ ਕਿਸੇ ਵੀ ਸੂਰਤ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਿੱਚੋਂ ਬਗਾਵਤ ਜਾਂ ਬਾਹਰ ਨਾ ਦਿੱਤਾ ਜਾ ਜਾਵੇ। ਕਿਉਂਕਿ ਮੈਂ ਇੱਕ ਗੱਲ ਹੋਰ ਕਹਤਾ, ਸੁਖਪਾਲ ਸਿੰਘ ਖਹਿਰਾ ਜਿਹੜਾ ਇਸ ਜਿਹੜੇ ਵਿਰੋਧੀ ਧੜੇ ਦਾ ਸਭ ਤੋਂ ਅਸੀਂ ਕਹਿ ਸਕਦੇ ਕੋਈ ਇੰਨਾ ਹੁਣ ਪਾਵਰਫੁਲ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਹੈ, ਉਹਦੀ ਸਥਿਤੀ ਨਹੀਂ ਜਿਹੜੀ, ਕਿਉਂਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਹੁਣੀ ਸੱਤਾ 'ਚ ਰਹਿੰਦੇ, ਮੁੱਖ ਮੰਤਰੀ ਰਹਿੰਦੇ ਤਾਂ ਸ਼ਾਇਦ ਸੁਖਪਾਲ ਸਿੰਘ ਖਹਿਰੇ ਦੀ ਸਥਿਤੀ ਕੁਝ ਹੋਰ ਹੁੰਦੀ। ਪਰ ਹੁਣ ਕਿਉਂਕਿ ਉਹ ਸਭ ਕੁਝ ਬਦਲਿਆ ਜਾ ਚੁੱਕਾ, ਕੈਪਟਨ ਅਮਰਿੰਦਰ ਸਿੰਘ ਹੁਣੀ ਸੱਤਾ ਤੋਂ ਬਾਹਰ ਹੋ ਚੁੱਕੇ ਆ ਤੇ ਦੂਜੇ ਪਾਸੇ ਸੁਖਪਾਲ ਖਹਿਰਾ ਦੀ ਸਥਿਤੀ ਕੋਈ ਇੰਨੀ ਮਜ਼ਬੂਤ ਨਹੀਂ ਆ ਕਿ ਇੰਨੇ ਧਾਕੜ ਲੀਡਰ ਵਜੋਂ ਨਹੀਂ ਹੈ ਕਿ ਰਾਣਾ ਗੁਰਜੀਤ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਪਹੁੰਚਾ ਸਕਣ ਜਾਂ ਉਹਨਾਂ ਵਾਸਤੇ ਕੋਈ ਗੰਭੀਰ ਖਤਰਾ ਪੈਦਾ ਕਰ ਸਕਣ। ਇਸ ਕਰਕੇ ਮੈਨੂੰ ਕਾਂਗਰਸ ਹਾਈ ਕਮਾਂਡ ਦੀ ਸਾਫ਼ ਔਰ ਜਿਹੜੀ ਨੀਤ ਇਹੋ ਹੀ ਲੱਗਦੀ ਕਿ ਕਿਸੇ ਵੀ ਸੂਰਤ ਵਿੱਚ ਰਾਣਾ ਗੁਰਜੀਤ ਵਰਗਾ ਇੱਕ ਧਾਕੜ, ਇੱਕ ਮਤਲਬ ਤਕੜਾ ਅਸੀਂ ਕਹਿ ਸਕਦੇ ਕਿ ਨੇਤਾ ਆਪਣੇ ਇਲਾਕੇ ਦਾ, ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਨਾ ਜਾਵੇ। ਦੂਸਰੇ ਪਾਸੇ ਤੁਸੀਂ ਕੀਤੀ ਕਿ ਕਲੀਨ ਚਿੱਟ ਦੀ ਗੱਲ, ਕਲੀਨ ਚਿੱਟ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਨਹੀਂ ਸੀ ਦਿੱਤੀ, ਤਾਂ ਈਵਨ ਕਿ ਜਦੋਂ ਰਾਣਾ ਗੁਰਜੀਤ ਨੇ ਅਸਤੀਫਾ ਦਿੱਤਾ ਤਾਂ ਉਹ ਵੀ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਹੋਣੀ ਆਪਣੇ ਪੱਧਰ ਤੇ ਉਹਨੂੰ ਸਵੀਕਾਰ ਨਹੀਂ ਸੀ ਕਰ ਸਕੇ। ਉਹ ਅਸਤੀਫਾ ਲੈ ਕੇ ਰਾਹੁਲ ਗਾਂਧੀ ਕੋਲ ਗਏ ਸੀ ਤੇ ਰਾਹੁਲ ਗਾਂਧੀ ਨੇ ਬਕਾਇਦਾ ਉਸ ਇਹ ਜਿਹੜੀ ਗੱਲ ਹੈ, ਇਹ ਜਿਹੜੀ ਗੱਲ ਵੱਧਦੀ ਜਾਊਗੀ। ਮੈਂ ਉਹੀ ਕਹਿ ਕੇ ਹਟਿਆ ਕਿ ਕੈਬਨਿਟ ਦੇ ਵਿਸਤਾਰ ਤੋਂ ਬਾਅਦ ਗੱਲ ਕੱਟਣ ਵਾਲੀ ਨਹੀਂ, ਅੰਦਰ ਖਾਤੇ ਗੱਲ ਭੁੱਖਦੀ ਰਹੂਗੀ। ਜੇ ਤਾਂ ਵਿਧਾਇਕ ਚੁੱਪ ਕਰਨਗੇ ਤਾਂ ਫਿਰ ਵਿਧਾਇਕਾਂ ਤੇ ਸਵਾਲ ਉੱਠੂਗਾ ਕਿ ਤੁਸੀਂ ਕਿਉਂ ਚੁੱਪ ਕਰ ਗਏ, ਜੇ ਗੱਲ ਸਹੀ ਸੀ ਤਾਂ ਫਿਰ ਚੱਕੀ ਕਿਉਂ ਨਹੀਂ। ਤੇ ਜੇ ਵਿਧਾਇਕ ਬੋਲਦੇ ਰਹੇ ਫਿਰ ਹਾਈ ਕਮਾਂਡ ਦੇ ਲਈ ਵੀ ਪ੍ਰੋਬਲਮ ਹੈ, ਫਿਰ ਪਾਰਟੀ ਦੇ ਅੰਦਰ ਵੀ ਪ੍ਰੋਬਲਮ ਹੈ, ਤਾਂ ਫਿਰ ਇਹਨੂੰ ਰੋਕਿਆ ਕਿਵੇਂ ਜਾਊਗਾ ਕਿ ਰਾਣੇ ਗੁਰਜੀਤ ਨੂੰ ਜਿਹੜਾ ਹੈਗਾ ਸਜ਼ਾ ਦਿੱਤੀ ਜਾਊਗੀ, ਕਲੀਨ ਚਿੱਟ ਦਿੱਤੀ ਜਾਊਗੀ ਜਾਂ ਕੀ ਕੀਤਾ ਜਾਊਗਾ? ਦੇਖੋ, ਆਉਂਦਿਆਂ ਕੁਝ ਦਿਨਾਂ ਦੇ ਵਿੱਚ ਇਹ ਜਿਹੜੀ ਸਥਿਤੀ ਆ ਇਹ ਸਾਫ਼ ਜ਼ਰੂਰ ਹੋਵੇਗੀ, ਕਿਉਂਕਿ ਜਿਸ ਤਰੀਕੇ ਨਾਲ ਦਬਾਅ ਜਿਹੜਾ ਪੈਣਾ ਇਹਨਾਂ ਜਿਹੜੇ ਵਿਧਾਇਕ ਨੇ ਇਹਨਾਂ ਦਾ ਪੈਣਾ ਸ਼ੁਰੂ ਹੋਇਆ। ਪਰ ਤੁਹਾਨੂੰ ਇਸ ਤਰ੍ਹਾਂ ਸੁਖਵਿੰਦਰ ਜੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਇਹ ਸਟਾਰਟਿੰਗ ਦੇ ਦੌਰ ਦੇ ਵਿੱਚ ਇਹੋ ਜਿਹੀਆਂ ਸਥਿਤੀਆਂ ਪੈਦਾ ਕਰ ਦਿੱਤੀਆਂ ਜਾਂਦੀਆਂ ਤੇ ਬਾਅਦ ਦੇ ਵਿੱਚ ਆਪਣੇ ਆਪ ਹੀ ਇਹ ਸੈਟਲਮੈਂਟ ਕਰ ਦਿੱਤੀ ਜਾਂਦੀ ਹੈ। ਤੁਸੀਂ ਇਸ ਗੱਲ ਨੂੰ ਵੇਖਣ ਦੀ ਬਜਾਏ ਤੁਸੀਂ ਇਸ ਗੱਲ ਵੱਲ ਆਪਾਂ ਵੇਖਣ ਦਾ ਯਤਨ ਕਰੀਏ। ਕੱਲ੍ਹ ਨੂੰ ਇਹ ਵਿਧਾਇਕ ਕੀ ਔਰ ਦੂਜੇ ਉਹ ਦੋ ਵਿਧਾਇਕ ਤੇ ਜਾਂ ਤੀਸਰੇ ਉਹ ਬੰਦੇ ਜਿਨ੍ਹਾਂ ਦੀ ਵਜ਼ਾਰਤ ਦੇ ਵਿੱਚ ਨੁਮਾਇੰਦਗੀ ਨਹੀਂ ਹੋਈ, ਉਹਨਾਂ ਦੀ ਭੂਮਿਕਾ ਕੀ ਹੋਏਗੀ? ਕੀ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਧੜੇ ਵਿੱਚ ਜਾ ਰਲਣਗੇ? ਕੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਦੇ ਰੂਪ ਦੇ ਵਿੱਚ? ਉਹ ਤੇ ਹੈ ਹੀ, ਮੈਂ ਸਮਝ ਗਿਆ ਤੁਹਾਡੀ ਗੱਲ। ਉਹ ਤਾਂ ਅੱਗੇ ਜਾਵਾਂਗੇ ਹੀ ਆਪਾਂ। ਇਹ ਦੋ ਇਸ਼ੂ ਜਿਹੜੇ ਇਹੋ ਜਿਹੇ ਸੀਗੇ, ਤਿੰਨ ਮਾਫ ਕਰਨਾ, ਕਿਉਂਕਿ ਹਲੇ ਜਿਹੜੇ ਮਹਿਕਮੇ ਵੰਡੇ ਜਾਣੇ ਆ, ਮਹਿਕਮੇ ਨੂੰ ਲੈ ਕੇ, ਗ੍ਰਹਿ ਮੰਤਰਾਲੇ ਨੂੰ ਲੈ ਕੇ ਜਾਂ ਹੋਰ ਮਹਿਕਮਿਆਂ ਨੂੰ ਲੈ ਕੇ ਵੀ ਬੜਾ ਜਿਹੜਾ ਜ਼ੋਰ ਲੱਗ ਰਿਹਾ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਇਹ ਸਥਿਤੀ ਜਿਉਂ ਦੀ ਤਿਉਂ ਰਾਣਾ ਗੁਰਜੀਤ ਵਾਲੀ ਤੇ ਵਿਧਾਇਕਾਂ ਵਾਲੀ ਬਣੀ ਰਹਿ ਸਕਦੀ ਆ। ਸਿੱਧੂ ਨੂੰ ਮਿਲੇ ਨੇ, ਚਿੱਠੀ ਵੀ ਦਿੱਤੀ ਆ, ਚਿੱਠੀ ਤੇ ਹੁਣ ਕੀ ਫੈਸਲਾ ਆਉਂਦਾ ਇਹ ਵੀ ਹੁਣ ਦੇਖਣ ਵਾਲੀ ਗੱਲ ਆ। ਯਾਨੀ ਕਿ ਗੱਲ ਇੱਥੇ ਮੁੱਕੀ ਨਹੀਂ। ਹੁਣ ਆਉਂਦੇ ਆਪਾਂ ਦੂਜੇ ਪਾਸੇ, ਜਿਸ ਤਰੀਕੇ ਦੇ ਨਾਲ ਮੰਤਰੀਆਂ ਦੇ ਵੱਲੋਂ ਰੋ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਆ, ਉਹਦਾ ਖੁੱਸਣ ਤੋਂ ਬਾਅਦ ਲੱਗਦਾ ਕਿ ਜਿੰਨੀ ਉਹਨਾਂ ਦੇ ਮਨ ਦੇ ਵਿੱਚ ਟੀਸ ਹੈ, ਚਾਹੇ ਉਹ ਇਹ ਦੋਵੇਂ ਮੰਤਰੀ ਹੋਣ, ਹਾਲਾਂਕਿ ਉਹ ਇਹ ਕਹਿੰਦੇ ਦਿਖਾਈ ਨਹੀਂ ਦਿੱਤੇ ਕਿਸੇ ਕਿਸਮ ਦੇ ਤਰੀਕੇ ਦੇ ਨਾਲ, ਪਰ ਉਹਨੇ ਟੀਸ ਦੱਸ ਰਹੀ ਸੀ ਕਿ ਕੁਛ ਨਾ ਕੁਛ ਵੀ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਇਸ ਟੀਸ ਦਾ ਫਾਇਦਾ ਜਿਹੜੇ ਆ ਉਹ ਚੁੱਕ ਸਕਦੇ ਆ। ਬੇਸ਼ੱਕ ਇਹ ਵਿਧਾਇਕ ਇਹੀ ਗੱਲ ਕਹਿੰਦੇ ਰਹੇ ਹੁਣ ਪ੍ਰੈਸ ਕਾਨਫਰੰਸ ਦੇ ਦੌਰਾਨ, ਸਾਡੀ ਵੋਟ ਸੋਨੀਆ ਨੂੰ ਆ, ਸਾਡੀ ਵੋਟ ਸੋਨੀਆ ਨੂੰ ਆ, ਪਰ ਕਿਸੇ ਵੀ ਸਮੇਂ ਹੋ ਸਕਦਾ ਕਿ ਕੈਪਟਨ ਇਸ ਚੀਜ਼ ਦਾ ਫਾਇਦਾ ਚੁੱਕ ਸਕਦੇ ਆ। ਤਾਂ ਉਧਰ ਸਾਧੂ ਸਿੰਘ ਧਰਮਸੋਤ ਤੇ ਨਾਲ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਹੈ, ਉਹਦੇ ਹੈ ਹੀ ਕੈਪਟਨ ਅਮਰਿੰਦਰ ਸਿੰਘ ਦੇ ਆ। ਕੀ ਲੱਗਦਾ ਕਿ ਇਹ ਜਿਹੜੀ ਟੀਮ ਰਲ ਕੇ ਕੋਈ ਨਾ ਕੋਈ ਧਮਾਕਾ ਕਰ ਸਕਦੀ ਹੈ? ਕੈਪਟਨ ਅਮਰਿੰਦਰ ਸਿੰਘ ਕੋਈ ਨਾ ਕੋਈ ਮੁਸ਼ਕਿਲ ਖੜੀ ਕਰ ਸਕਦੇ ਆ। ਇਸ ਮੌਕੇ ਦਾ ਫਾਇਦਾ ਉਠਾ ਕੇ ਇਹਨਾਂ ਮੰਤਰੀਆਂ ਨੂੰ ਹਟਾਉਣ ਵਾਲੀ ਜਿਹੜੀ ਗੱਲ ਹੈ, ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਆ ਕੈਪਟਨ ਅਮਰਿੰਦਰ ਸਿੰਘ? ਦੇਖੋ, ਇਹ ਗੱਲ ਤਾਂ ਗੱਲ ਪੱਕੀ ਹੈ ਕਿ ਇਹ ਜਿਹੜੇ 5 ਜਾਂ 6 ਮੰਤਰੀ ਹੁਣ ਪੂਰਨ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੀ ਸਾਫੇ 'ਚ ਜਾਣਗੇ, ਉਹਨਾਂ ਦੀ ਸਾਫਾਬੰਦੀ ਕਰਨਗੇ। ਬਾਕੀ ਸੁਖਵਿੰਦਰ ਜੀ, ਕਹਾਣੀ ਇਹ ਆ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਉਸ ਸਥਿਤੀ ਦੇ ਵਿੱਚ ਨਹੀਂ ਜੇ ਹੈਗੇ ਕਿ ਉਹ ਇਸ ਚੰਨੀ ਵਜ਼ਾਰਤ ਨੂੰ ਕੋਈ ਨੁਕਸਾਨ ਪਹੁੰਚਾ ਸਕਣ ਜਾਂ ਕਾਂਗਰਸ ਹਾਈ ਕਮਾਨ ਨੂੰ ਕੋਈ। ਰਾਹੁਲ ਗਾਂਧੀ ਦੇ ਉੱਤੇ ਉਹਨਾਂ ਦੇ ਬਿਆਨਬਾਜ਼ੀ ਜਿਹੜੀ ਜਾਰੀ ਆ, ਔਰ ਉਸ ਬਿਆਨਬਾਜ਼ੀ ਤੋਂ ਬਾਅਦ ਵੀ ਕਾਂਗਰਸ ਹਾਈ ਕਮਾਨ ਪੂਰਨ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਅਣਦੇਖੀ ਦੀ ਨੀਤੀ ਅਪਣਾ ਰਹੀ ਆ। ਤਾਂ ਜਦੋਂ ਬੰਦਾ ਕਿਸੇ ਦੇ ਪ੍ਰਤੀ ਅਣਦੇਖੀ ਦੀ ਨੀਤੀ ਅਪਣਾ ਲੈਂਦਾ, ਇੱਕ ਮਨੁੱਖੀ ਸੁਭਾਅ ਦੀ ਆ, ਤਾਂ ਉਸ ਵਕਤ ਬਿਲਕੁਲ ਉਸ ਨੂੰ ਪੂਰਨ ਤੌਰ ਤੇ ਇਗਨੋਰ ਕਰ ਦਿੱਤਾ ਜਾਂਦਾ ਕਿ ਜੋ ਤੂੰ ਕਰਨਾ ਤੂੰ ਕਰੀ ਜਾ, ਤੇਰੀ ਕੋਈ ਪਰਵਾਹ ਨਹੀਂ ਆ। ਔਰ ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਸਮਝ ਚੁੱਕੇ ਆ। ਔਰ ਇਹ ਜਿਹੜੇ ਜਿਹੜੇ ਬਾਕੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਜਿਹੜੇ ਬਾਕੀ ਵਿਧਾਇਕ ਨੇ, ਉਹ ਵੀ ਇਸ ਗੱਲ ਨੂੰ ਸਮਝ ਚੁੱਕੇ ਆ।
ਤਾਂ ਇਸ ਕਰਕੇ ਕੋਈ ਵਿਰੋਧੀ ਸੁਰ ਜਿਹੜੀ ਆ, ਜੇਕਰ ਅਸੀਂ ਇਹ ਕਹੀਏ ਕਿ ਆਉਂਦਿਆਂ ਕੁਝ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਲੈ ਕੇ ਕਾਂਗਰਸ ਦੇ ਵਿੱਚੋਂ ਇੱਕ ਬਾਗੀ ਧੜਾ ਤਿਆਰ ਕਰ ਲੈਣ, ਜਾਂ ਕੋਈ ਇਹੋ ਜਿਹੀ ਕਾਂਗਰਸ ਹਾਈ ਕਮਾਨ ਵਾਸਤੇ ਕੋਈ ਅਜਿਹੀ ਸਥਿਤੀ ਤਿਆਰ ਕਰਨ, ਏਡੀ ਜਲਦੀ ਹੋਏਗਾ ਨਹੀਂ। ਹਾਂ, ਧੜੇਬੰਦੀ ਉਹ ਜ਼ਰੂਰ ਇੱਕ ਕਾਇਮ ਕਰਨਗੇ, ਸਾਬਬੰਦੀ ਜ਼ਰੂਰ ਕਰ ਸਕਦੇ। ਤੁਸੀਂ ਇਹ ਦੇਖੋ ਕਿ ਡਾਕਟਰ ਰਾਜਕੁਮਾਰ ਵੇਰਕਾ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਕੱਟੜ ਸਮਰਥਕ ਸਪੋਕਸਮੈਨ, ਉਹ ਜਾ ਕੇ ਉਹ ਸਹੁੰ ਚੁੱਕਣ ਡਿਆ, ਉਹ ਚੰਨੀ ਸਾਹਿਬ ਦੀ ਉਹ ਸਿਫਾਰਿਸ਼ ਕਰ ਰਿਹਾ, ਸਾਰਿਆਂ ਦੀ ਉਹ ਸ਼ਲਾਘਾ ਕਰਦਾ ਪਿਆ। ਇਹੋ ਜਿਹੇ ਕਿੰਨੇ ਮੰਤਰੀ ਨੇ, ਕਿੰਨੇ ਵਿਧਾਇਕ ਨੇ ਜਿਹੜੇ ਟੁੱਟ ਕੇ ਜਿਹੜੇ ਇਸ ਪਾਸੇ ਆਏ ਨੇ। ਕੀਰਤ ਕੋਟਲੀ ਜਿਹੜਾ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਸੀ, ਪਰ ਉਹਦੇ ਚਾਚੇ ਦਾ ਮੁੰਡਾ ਰਵਨੀਤ ਬਿੱਟੂ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦੀ ਬੋਲੀ ਬੋਲਦਾ ਰਿਹਾ। ਕਹਿਣ ਦਾ ਅਰਥ ਹੈ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੁਣੀ ਨਾ ਤਾਂ ਇਹੋ ਜਿਹਾ ਇੱਕ ਸਾਬਬੰਦੀ ਉਸਾਰਨ ਦੇ ਸਮਰੱਥ ਨੇ, ਜੋ ਸਥਿਤੀਆਂ ਸਾਹਮਣੇ ਦਿਖਾਈ ਦੇ ਰਹੀਆਂ ਅੰਦਰੋਂ ਅੰਦਰੀ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ, ਕਿਉਂਕਿ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ ਦੇ ਕੇ ਆਪਣੀ ਉਸ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਔਰ ਉਸ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਨਕਲ ਕੇਂਦਰ ਦੇ ਵਿੱਚ ਭਾਜਪਾ ਦੀ ਹਾਈ ਕਮਾਨ ਕਰਦੀ ਹੈ। ਭਾਜਪਾ ਦੀ ਹਾਈ ਕਮਾਨ ਦਾ ਜਿਹੜਾ ਫੈਸਲਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ। ਉਹ ਇਸ ਤਰੀਕੇ ਨਾਲ, ਜੇ ਕਿਸੇ ਦਾ ਅਸਤੀਫਾ ਲੈਣਾ ਜਾਂ ਕਿਸੇ ਦਾ ਮੁੱਖ ਮੰਤਰੀ ਨੂੰ ਬਦਲਣਾ ਕਿਸੇ ਰਾਜ ਦਾ, ਉਹ ਇਸ ਤਰੀਕੇ ਨਾਲ 3-3 ਮਹੀਨੇ 4-4 ਮਹੀਨੇ ਕਾਰਵਾਈ ਨਹੀਂ ਕਰਦੇ। ਉਹ ਮੁੱਖ ਮੰਤਰੀ ਨੂੰ ਸੱਦਦੇ ਆ, ਦਿੱਲੀ ਸੱਦਦੇ, ਅਸਤੀਫਾ ਮੰਗਵਾਉਂਦੇ ਆ ਕਿ ਚੱਲ ਭਾਈ ਦੂਜਾ ਬੰਦਾ ਜਾ ਕੇ ਸਹੁੰ ਚੁੱਕ ਲਏ। ਇਹੋ ਜਿਹੇ ਵਿਧਾਇਕ ਨੂੰ ਸਹੁੰ ਚੁਕਾ ਦਿੰਦੇ ਆ ਜਿਹੜਾ ਕੋਈ ਜਾਣਿਆ ਵੀ ਨਾ ਹੋਵੇ, ਜਿਸ ਨੂੰ ਕੋਈ ਜਾਣਦਾ ਵੀ ਨਾ ਹੋਵੇ, ਤੇ ਪਹਿਲੀ ਵਾਰ ਬਣਿਆ ਹੋਵੇ। ਇਸ ਪ੍ਰਸੰਗ ਦੇ ਵਿੱਚ ਤੁਸੀਂ ਗੁਜਰਾਤ ਦਾ ਨਵੇਂ ਮੁੱਖ ਮੰਤਰੀ ਨੂੰ ਤੁਸੀਂ ਵੇਖ ਸਕਦੇ ਜੀ। ਸੋ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੀ ਆਪਣੀ ਕਾਂਗਰਸ ਹਾਈ ਕਮਾਂਡ ਆ, ਆਪਣੇ ਆਪ ਨੂੰ ਉਸ ਤਰੀਕੇ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਕਿ ਮੈਂ ਹੀ ਹਾਈ ਕਮਾਂਡ ਆ, ਔਰ ਇਸ ਤਰੀਕੇ ਨਾਲ ਉਹਨਾਂ ਨੇ ਕਰਕੇ ਦੱਸਿਆ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਵਰਗੀ ਜਿਹੜੀ ਤੋਪ ਆ, ਉਹਦਾ ਵੀ ਇਸ ਵੇਲੇ ਮੌਜੂਦਾ ਕਾਂਗਰਸ ਹਾਈ ਕਮਾਂਡ ਤੇ ਕੋਈ ਅਸਰ ਨਹੀਂ ਹੋਇਆ, ਨਾ ਉਹਦੇ ਕਿਸੇ ਛੱਡੇ ਗੋਲੇ ਦਾ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਤੋਪ ਮੰਨਿਆ ਜਾਂਦਾ ਸੀ, ਜਿਹੜਾ ਹਾਈ ਕਮਾਂਡ ਨੂੰ ਵੀ ਟਿੱਚ ਸਮਝਦਾ ਸੀ। ਪਰ ਹੁਣ ਸਥਿਤੀਆਂ ਦੇਖੋ ਕਿਹੋ ਜਿਹੀਆਂ ਬਣੀਆਂ। ਤਾਂ ਇਹਨਾਂ ਸਥਿਤੀਆਂ ਦੇ ਸੰਦਰਭ ਦੇ ਵਿੱਚ ਇਹ ਜਿਹੜੇ 5 ਵਿਧਾਇਕ ਨੇ, ਜਿਹੜੇ ਹੁਣ ਵਿਧਾਇਕ ਨੇ, ਜਿਹੜੇ ਸਾਬਕਾ ਮੰਤਰੀ ਨੇ, ਇਹ ਕਿਸੇ ਵੀ ਸੂਰਤ 'ਚ ਇਹੋ ਜਿਹੀ ਵਿਰੋਧੀ ਸੁਰ ਨਹੀਂ ਅਪਣਾਉਣਗੇ ਕਿ ਕੱਲ੍ਹ ਨੂੰ ਜਦੋਂ ਇਹਨਾਂ ਨੂੰ ਟਿਕਟਾਂ ਮਿਲੀਆਂ ਉਹਨਾਂ ਤੇ ਵੀ ਪ੍ਰਸ਼ਨ ਚਿੰਨ੍ਹ ਜਿਹੜਾ ਉਹ ਲੱਗ ਸਕੇ। ਕਿਉਂਕਿ ਹੁਣ ਜਿਹੜੀਆਂ ਟਿਕਟਾਂ ਦੇਣੀਆਂ ਨੇ, ਉਹ ਟਿਕਟਾਂ ਨਵਜੋਤ ਸਿੱਧੂ ਦੀ ਮਰਜ਼ੀ ਨਾਲ ਵੰਡੀਆਂ ਜਾਣੀਆਂ ਨੇ। ਕਿਉਂਕਿ ਅੱਜ ਦੀ ਸਥਿਤੀ ਤੱਕ ਵੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਉਹਨਾਂ ਦੇ ਧੜੇ ਦੇ ਜਿਹੜੇ ਬੰਦੇ ਸ਼ਾਮਲ ਹੋਏ ਨੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਪ੍ਰਗਟ ਸਿੰਘ, ਜਿਹੜੇ ਹੋਰ ਰਾਜਾ ਵੜਿੰਗ, ਜਿਹੜੇ ਇਹੋ ਜਿਹੇ ਬੰਦਿਆਂ ਨੂੰ ਉਹਨਾਂ ਨੇ ਆਪਣੀ ਮਰਜ਼ੀ ਨਾਲ ਦਾਖਲ ਕੈਬਨਿਟ ਦੇ ਵਿੱਚ ਜਿਹੜੀ ਸੱਤਾ ਦਵਾਈ ਆ, ਤਾਂ ਇੱਥੋਂ ਤੱਕ ਪਤਾ ਲੱਗ ਜਾਂਦਾ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਸੂਰਜ ਜਿਹੜਾ ਉਹ ਅਸਤ ਹੋ ਚੁੱਕਾ ਤੇ ਦੂਜੇ ਪਾਸੇ ਇੱਕ ਨਵਾਂ ਸੂਰਜ ਉਦੇ ਹੋਇਆ। ਤਾਂ ਉਹਦੇ ਸਾਰੇ ਪ੍ਰਸੰਗ ਦੇ ਵਿੱਚ ਇਹ ਬੰਦੇ ਗੁੱਸਾ ਜ਼ਰੂਰ ਕਰਨਗੇ, ਕਿਹੜਾ ਜ਼ਰੂਰ ਕੱਢਣਗੇ। ਬਾਕੀ ਇਹਨਾਂ ਦੀ ਇਹ ਸਮਰੱਥਾ ਨਹੀਂ ਹੈਗੀ ਕਿ ਇਹ ਮੌਜੂਦਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਾਸਤੇ ਜਾਂ ਮੌਜੂਦਾ ਕਾਂਗਰਸ ਪਾਰਟੀ ਵਾਸਤੇ ਜਾਂ ਕਾਂਗਰਸ ਹਾਈ ਕਮਾਨ ਵਾਸਤੇ ਕੋਈ ਖਤਰਾ ਪੈਦਾ ਕਰ ਸਕਣ। ਕਿਉਂਕਿ ਕਾਂਗਰਸ ਹਾਈ ਕਮਾਨ ਨੇ ਆਪਣਾ ਪ੍ਰਦਰਸ਼ਨ ਕਰਕੇ ਇਹਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ, ਉਹਨਾਂ ਦੀ ਸਥਿਤੀ ਜਿਹੜੀ ਹੈ ਉਹ ਯਾਦ ਦਵਾ ਦਿੱਤੀ ਆ। ਕਿਉਂਕਿ 4 ਮਹੀਨਿਆਂ ਨੂੰ ਇਲੈਕਸ਼ਨ ਜਿਹੜੀ ਹੋਣੀ ਹੈ ਪੰਜਾਬ ਦੇ ਵਿੱਚ, ਤਾਂ ਉਹ ਟਿਕਟਾਂ ਜਿਹੜੀਆਂ ਨੇ ਕਾਂਗਰਸ ਹਾਈ ਕਮਾਨ ਨੇ ਦੇਣੀਆਂ ਨੇ, ਉਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦੇਣੀਆਂ। ਔਰ ਕੈਪਟਨ ਅਮਰਿੰਦਰ ਸਿੰਘ ਜਿਹੜੀ ਜਿਸ ਤਰੀਕੇ ਦੀ ਅੱਜ ਕੱਲ੍ਹ ਬਾਡੀ ਲੈਂਗੁਏਜ ਆ, ਜਿਸ ਤਰੀਕੇ ਨਾਲ ਉਹਨਾਂ ਦੇ ਬੋਲ ਨੇ, ਜਾਂ ਜਿਸ ਤਰੀਕੇ ਨਾਲ ਉਹਨਾਂ ਦਾ ਬੋਲਬਾਣੀ ਹੋ ਰਿਹਾ, ਉਹਨਾਂ ਨਾਲ ਆਉਂਦਿਆਂ ਕੁਝ ਦਿਨਾਂ ਦੇ ਵਿੱਚ ਇਹ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਆਪ ਹੀ ਬਾਹਰ ਚਲੇ ਜਾਣ। ਸੋ ਇਹੋ ਜਿਹੇ ਪ੍ਰਸੰਗ ਦੇ ਵਿੱਚ ਅਸੀਂ ਕਹਿ ਸਕਦੇ ਕਿ ਇਹੋ ਜਿਹਾ ਆਉਂਦੇ ਕੁਝ, ਜਿਸ ਤਰ੍ਹਾਂ ਕਿ ਕਹਿੰਦੇ ਜਲਦੀ ਹੋ ਜਾਏ, ਜਲਦੀ ਨਹੀਂ ਹੋ ਸਕਦਾ। ਅੰਦਰੋਂ ਅੰਦਰੀ ਖਿਚੜੀ ਜ਼ਰੂਰ ਪੱਕੂਗੀ ਪਰ ਵਰਤਾਈ ਨਹੀਂ ਜਾਏਗੀ। ਕਾਂਡਕੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਗੜਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।